जय भीम जय भारत। तुसीं देख रहे हो जी अंबेडकर मिशन न्यूज़ चैनल हिम्मत सच दिखाउंदी। पिंड महदूदा विच एक नौजवान दी नशे ਦੀ ओवरडोज ਨਾਲ ਹੋਈ मौत ਕਾਰਨ ਸਮੁੱਚੇ ਪਿੰਡ ਵਾਸੀਆਂ ਖਾਸਕਰ ਨੌਜਵਾਨਾਂ ਵਿੱਚ ਨਸ਼ਾ ਤਸਕਰਾਂ ਖਿਲਾਫ ਰੋਸ ਪੈਦਾ ਹੋ ਗਿਆ ਅਤੇ ਉਹਨਾਂ ਸਾਂਝੇ ਸਾਥ ਨਸ਼ਾ ਤਸਕਰਾਂ ਖਿਲਾਫ ਸੰਘਰਸ਼ ਦਾ ਐਲਾਨ ਕਰਦਿਆਂ ਪੁਲਿਸ ਤੋਂ ਨਸ਼ਾ ਤਸਕਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਮਹਿਦੂਦਾ ਇਸ ਦੇ ਫੋਕਲ ਪੁਆਇੰਟ ਅਤੇ ਸੂਏ ਵਾਲੀ ਸੜਕ ਤੋਂ ਇਲਾਵਾ ਨਾਲ ਲੱਗਦੇ ਪਿੰਡ ਖੈਰਾ ਅਤੇ ਬੇਗੂਵਾਲ ਵਿੱਚ ਸ਼ਰੇਆਮ ਚਿੱਟਾ ਅਫੀਮ ਭੁੱਕੀ ਅਤੇ ਨਜਾਇਜ਼ ਸ਼ਰਾਬ ਵਿਕ ਰਹੀ ਹੈ। ਉਹਨਾਂ ਦੱਸਿਆ ਕਿ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਲਈ ਪਿੰਡ ਦਾ ਸਰਪੰਚ ਸੁਖਵੀਰ ਸਿੰਘ ਪੱਪੀ ਅਤੇ ਪਿੰਡ ਵਾਸੀ ਐਸਐਸਪੀ ਖੰਨਾ ਨੂੰ ਸਾਂਝੀ ਦਰਖਾਸਤ ਦੇਣਗੇ। ਪਿੰਡ ਦੇ ਸਾਬਕਾ ਸਰਪੰਚ ਟਹਿਲ ਸਿੰਘ ਗੁਰਮ, ਕਬੱਡੀ ਖਿਡਾਰੀ ਗੁਰੀ ਗੁਰਮ, ਰਾਜੂ ਤੂਰ, ਡਾਕਟਰ ਬਿੱਟੂ, ਗੁਰਮੀਤ ਸਿੰਘ ਮੰਗਟ, ਤਾਰੀ ਤੂਰ, ਪ੍ਰਿੰਸੀਪਲ ਰਣਵੀਰ ਸਿੰਘ, ਸੁਖਵਿੰਦਰ ਸਿੰਘ ਸੁਖਾ, ਨਵਦੀਪ ਗੁਰਮ ਨੇ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਰਿਵਾਰ ਸਦਮੇ ਵਿੱਚ ਹੋਣ ਕਾਰਨ ਭਾਵੇਂ ਕੁਝ ਨਹੀਂ ਬੋਲ ਰਿਹਾ, ਪਰ ਪੂਰਾ ਪਿੰਡ ਇਸ ਅਣਹੋਣੀ ਮੌਤ ਕਾਰਨ ਗੁੱਸੇ ਨਾਲ ਭਰਿਆ ਹੋਇਆ ਹੈ ਅਤੇ ਉਹ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਵਾ ਕੇ ਦਮ ਲੈਣਗੇ। ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਪਿੰਡ ਦੇ ਲੋਕਾਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਲੁਧਿਆਣਾ ਤੋਂ ਸੁਖਵਿੰਦਰ ਕੌਰ ਦੇ ਨਾਲ ਮਹੇਸ਼ ਕੁਮਾਰ ਦੀ ਖਾਸ ਰਿਪੋਰਟ। हाँ वाहिगुरू जी का खालसा वाहिगुरू जी की फतेह। अज वीर साडे पिंड पहुंचे ने मीडिया वाले, मैं बहुत धन्नवाद पिंड वालियां ते मीडिया वालियां दा जिन्हां ने साडी सार लैण लई साडे पिंड मतूदा विच पहुंचे ने। वीर नशे का बहुत दौर चल रहा वा, हुण किन्ने मुंडे नशे की भेट चढ़ रहे ने। ये साडे पिंड दा मुंडा भी नशे की भेट चढ़ गया भाई, बहुत दुख वाली गल आ। जो ਇਹ ਨਸ਼ਾ ਵਿਕ ਰਿਹਾ ਵਾ, ਹੁਣ ਸਾਡੇ ਸੂਏ ਤੇ ਨਸ਼ਾ ਵਿਕ ਰਿਹਾ, ਗੱਡੀਆਂ ਦੀਆਂ ਗੱਡੀਆਂ ਆ ਰਹੀਆਂ ਨੇ, ਗੱਡੀਆਂ ਜਾ ਰਹੀਆਂ ਨੇ, ਕੋਈ ਪ੍ਰਸ਼ਾਸਨ ਆ ਕੇ ਦੇਖ ਨਹੀਂ ਰਿਹਾ ਵੀ ਕੀ ਹੋ ਰਿਹਾ ਵਾ। ਸਾਡਾ ਨਾ ਲਾਸਟ ਤੇ ਸਾਡਾ ਪਿੰਡ ਆ ਜੀ, ਤੇ ਨਾ ਤਰਾਹੇ ਵਾਲੇ ਆਉਂਦੇ ਨੇ, ਨਾ ਸਾਡੇ ਕੋਲ ਸਮਰਾਲੇ ਵਾਲੇ ਪਹੁੰਚਦੇ ਨੇ ਜੀ। ਉਹਨਾਂ ਨੂੰ ਆਉਣਾ ਚਾਹੀਦਾ, ਸਾਡੇ ਪਿੰਡ ਦੇਖਣਾ ਚਾਹੀਦਾ ਵੀ ਆਲੇ ਦੁਆਲੇ ਕੀ ਹੋ ਰਿਹਾ ਵਾ। ਸਾਰਿਆਂ ਨਸ਼ਾ ਵਿਕ ਰਿਹਾ ਜੀ, ਛੋਟੇ ਛੋਟੇ ਮੁੰਡੇ ਨਸ਼ਾ ਲਿਆ ਰਹੇ ਨੇ ਜੀ, ਉਹ ਦੇਖ ਨਹੀਂ ਹੁੰਦਾ ਸਾਡੇ ਕੋਲੋਂ ਜੀ। ਅਸੀਂ ਆਪਣੀ ਇਹੀ ਮਤਲਬ ਦੁਆ ਕਰਦੇ ਹਾਂ ਜੀ, ਪਰਮਾਤਮਾ ਇਹਨਾਂ ਲੋਕਾਂ ਨੂੰ ਨਸ਼ਾ ਬੰਦ ਕਰੇ ਜੀ ਤੇ ਬੜੇ ਸਾਡੀ ਜਵਾਨੀ ਬਚ ਸਕੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਲਾਮਬੰਦ ਹੋਇਆ ਜਮ ਪਿੰਡ ਮਹਿਦੂਦਾ ਵਿੱਚ ਕੀ ਕਹੋਗੇ ਇਹਦੇ ਬਾਰੇ? ਰਾਤ ਸਾਡੇ ਪਿੰਡ ਦੇ ਇੱਕ ਬਹੁਤ ਹੀ ਹੋਣਹਾਰ ਨੌਜਵਾਨ ਤੇ ਜਿਹਦੇ ਪਰਿਵਾਰ ਨਾਲ, ਉਹਨਾਂ ਦੇ ਮੁੰਡੇ ਨਾਲ ਮੇਰੀ ਗੱਲ ਵੀ ਹੋਈ ਆ ਜਦੋਂ ਮੈਂ ਪਿੰਡ ਆਇਆ, ਤੇ ਉਹਨੇ ਜਿਹੜਾ ਉਹਦਾ ਕਾਰਨ ਵੀ ਕਈ ਵਾਰੀ ਪਰਿਵਾਰ ਡਰ ਜਾਂਦਾ ਜਾਂ ਡਰਾ ਦਿੱਤਾ ਜਾਂਦਾ, ਉਹ ਗੱਲ ਨੂੰ ਨਹੀਂ ਦੱਸਿਆ। ਤੇ ਅਸੀਂ ਵੀ ਉਸ ਨੂੰ ਅਜੇ ਨਹੀਂ ਕਰਨਾ ਚਾਹੁੰਦੇ ਵੀ ਕਿਸ ਵਾਸਤੇ ਅੱਜ ਜਿਹੜਾ ਪੂਰਾ ਕਾਰਨ ਸੀਗਾ ਵੀ ਉਹਦੇ ਲਈ ਉਹ ਕਰਨਾ, ਕਿਉਂਕਿ ਪਰਿਵਾਰ ਥੋੜ੍ਹਾ ਜਿਹਾ ਸਹਿਮਿਆ ਹੋਇਆ। ਰਾਤ ਦਾ ਹੀ ਬੱਚੇ ਦਾ ਇੱਕ ਘਰ ਦੇ ਵਿੱਚੋਂ ਇੱਕ ਜਵਾਨ ਪੁੱਤ ਦਾ ਜਾਂ ਭਰਾ ਦਾ ਚਲੇ ਜਾਣਾ, ਤੇ ਉਹ ਇੱਕ ਅਸਹਿ ਦੁੱਖ ਆ, ਜਿਹਦੇ ਕਰਕੇ ਜਿਹੜਾ ਉਹ ਪਰਿਵਾਰ ਅਜੇ ਇਸ ਮਾਮਲੇ ਦੇ ਵਿੱਚ ਅਸੀਂ ਸ਼ਮੂਲੀਅਤ ਨਹੀਂ ਕਰਵਾਈ। ਪਰਿਵਾਰ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਮਾਨਸਿਕ ਤੌਰ 'ਤੇ ਤਿਆਰ ਕਰਾ ਕੇ ਫਿਰ ਉਹਨਾਂ ਨੂੰ ਇਸ ਜਿਹੜਾ ਇਹ ਮੁਹਿੰਮ ਅੱਜ ਸ਼ੁਰੂ ਕੀਤੀ ਆ ਉਹਦੇ ਵਿੱਚ ਜ਼ਰੂਰ ਸ਼ਮੂਲੀਅਤ ਕਰਾਵਾਂਗੇ। ਦੱਸ ਦਿੰਦੇ ਹਾਂ ਕਿ ਰਾਤ ਇੱਕ ਨੌਜਵਾਨ ਓਵਰਡੋਜ਼ ਨਾਲ ਜਿਹੜਾ ਉਹਦੀ ਡੈਥ ਹੋਈ ਆ, ਤੇ ਪਿੰਡ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੇ ਦੱਸਿਆ ਸੀ, ਕਿਉਂਕਿ ਮੈਂ ਵੀ ਬਾਹਰ ਰਹਿਣਾ, ਤੇ ਇਹ ਜਦੋਂ ਫਿਰ ਪਿੰਡ ਦੇ ਨੌਜਵਾਨਾਂ ਨੇ ਇੱਕ ਤਹੀਆ ਕੀਤਾ ਸੀ ਵੀ ਇਹ ਘਟਨਾ ਦੁਬਾਰਾ ਨਾ ਘਟੇ, ਤੇ ਪਿੰਡ ਦੇ ਵਿੱਚ ਇਹ ਪਹਿਲਾ ਅਜਿਹਾ ਮਾਮਲਾ ਹੋਇਆ ਜਿਹਦੇ ਕਰਕੇ ਬੜੇ ਚਿੰਤਤ ਹਾਂ ਅਸੀਂ, ਕਿਉਂਕਿ ਅੱਜ ਤੱਕ ਅਜਿਹਾ ਮਾਮਲਾ ਕਦੇ ਮਹਿਦੂਦਾ ਪਿੰਡ ਦੇ ਵਿੱਚ ਨਹੀਂ ਹੋਇਆ ਸੀ। ਨਸ਼ਿਆਂ ਤੋਂ ਕਾਫੀ ਬਚਿਆ ਹੋਇਆ ਅਸੀਂ ਆਪਣੇ ਪਿੰਡ ਨੂੰ ਮੰਨਦੇ ਸੀ, ਪਰ ਇਹ ਨਾ ਹੋਵੇ ਵੀ ਅਸੀਂ ਕਿਤੇ ਜਦੋਂ ਇੱਕ ਅਲਾਮਤ ਆਈ ਆ, ਇੱਕ ਕਰੋਪੀ ਆ ਗਈ, ਤੇ ਅਸੀਂ ਉਸ ਨੂੰ ਦੇਖ ਕੇ ਵੀ ਅੱਖਾਂ ਬੰਦ ਕਰ ਜੀ ਬੈਠੀਏ। ਅਸੀਂ ਪੂਰੀ ਤਰ੍ਹਾਂ ਪਹਿਲੇ ਮਾਮਲੇ ਦੇ ਉੱਤੇ ਅਸੀਂ ਪੂਰੀ ਤਰ੍ਹਾਂ ਅਲਰਟ ਹੋ ਗਏ ਹਾਂ, ਔਰ ਇਸ ਪਿੰਡ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਨਸ਼ਾ ਰਹਿਣ ਨਹੀਂ ਦੇਣਾ, ਇਹ ਸੰਕਲਪ ਲੈ ਕੇ ਅਸੀਂ ਚੱਲੇ ਹਾਂ। ਤੇ ਅੱਜ ਇਸੇ ਸੰਬੰਧ ਦੇ ਵਿੱਚ ਸਮੁੱਚੇ ਪਿੰਡ ਨੇ ਜਿਹੜੀ ਇਹ ਮੀਟਿੰਗ ਕੀਤੀ ਆ, ਭਾਵੇਂ ਕਿ ਇਸ ਵਕਤ ਜਿਹੜਾ ਸਮਾਂ ਧਾਰਾਂ ਦਾ ਹੁੰਦਾ ਪਿੰਡਾਂ ਦੇ ਵਿੱਚ, ਤੁਹਾਨੂੰ ਪਤਾ ਧਾਰਾਂ ਕੱਢਦੇ ਨੇ, ਪਰ ਫਿਰ ਵੀ ਪਿੰਡ ਦੇ ਲੋਕ ਕਾਫੀ ਤਾਦਾਦ ਦੇ ਵਿੱਚ ਪਹੁੰਚੇ ਹੋਏ ਨੇ, ਔਰ ਇੱਕ ਤਹੀਆ ਕੀਤਾ ਵੀ ਪਿੰਡ ਦੇ ਵਿੱਚ ਅਸੀਂ ਨਾ ਤਾਂ ਕੋਈ ਨਸ਼ਾ ਵੇਚਣ ਦੇਣਾ ਤੇ ਨਾ ਹੀ ਅਸੀਂ ਕੋਈ ਨਸ਼ਾ ਕਰਨ ਦੇਣਾ। ਜਿਹੜੇ ਕਰਦੇ ਨੇ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰਾਂਗੇ, ਤੇ ਇਸ ਤੋਂ ਇਲਾਵਾ ਜਿਹੜੇ ਨਸ਼ੇ ਵੇਚਦੇ ਨੇ
ਤੇ ਮੈਂ ਉਹ ਪੁਆਇੰਟ ਤੁਹਾਨੂੰ ਮੀਡੀਆ ਦੇ ਜ਼ਰੀਏ ਦੱਸ ਦਿੰਦਾ, ਕਿਉਂਕਿ ਤੁਸੀਂ ਪੁਲਿਸ ਨੂੰ ਉਹ ਪੁਆਇੰਟਾਂ ਬਾਰੇ ਜਵਾਬਦੇਹੀ ਕਰ ਸਕਦੇ ਹੋ। ਫੋਕਲ ਪੁਆਇੰਟ ਦੇ ਉੱਤੇ ਕਿਉਂਕਿ ਸਾਡੇ ਕੁਛ ਲੋਕ ਡਰਦੇ ਨੇ, ਨਹੀਂ ਦੱਸਦੇ, ਪਰ ਮੈਂ ਦੱਸ ਰਿਹਾ ਕਿ ਫੋਕਲ ਪੁਆਇੰਟ ਦੇ ਉੱਤੇ ਮੈਨੂੰ ਦੱਸਿਆ ਨਾ ਲੋਕਾਂ ਨੇ ਕਿ ਇੱਕ ਦੁਕਾਨ ਆ, ਉੱਥੇ 2 ਭਰਾ ਇਕੱਠੇ ਨਸ਼ਾ ਵੇਚਦੇ ਨੇ। ਇਸ ਤੋਂ ਬਿਨਾਂ ਇੱਕ ਖਹਿਰੇ ਪਿੰਡ ਦਾ ਵਿਅਕਤੀ ਆ ਜਿਹੜਾ ਪਹਿਲਾਂ ਸ਼ਰਾਬ ਵੀ ਵੇਚਦਾ ਸੀਗਾ, ਉਹਦੇ ਉੱਤੇ ਮਾਮਲੇ ਵੀ ਚੱਲਦੇ ਨੇ। ਅੱਜ ਕੱਲ੍ਹ ਉਹ ਚਿੱਟਾ ਤੇ ਹੋਰ ਜਿਹੜੇ ਇਹ ਹੋਰ ਨਵੇਂ ਨਸ਼ੇ ਆਏ ਨੇ, ਉਹ ਕੈਮੀਕਲ ਨਸ਼ੇ ਜਿਹੜੇ ਨੇ ਉਹ ਵੇਚ ਰਿਹਾ। ਇਸ ਤੋਂ ਬਿਨਾਂ ਬੇਗੋਵਾਲ ਪਿੰਡ ਦੇ ਵੀ ਕੁਝ ਲੋਕ ਵੇਚ ਰਹੇ ਨੇ। ਸਾਡੇ ਪਿੰਡ ਦੇ ਵਿੱਚ ਵੀ ਮੈਨੂੰ ਦੱਸਿਆ ਵੀ ਕੁਝ ਲੋਕ ਸ਼ਰਾਬ ਤੇ ਹੋਰ ਜਿਹੜੇ ਇਦਾਂ ਦੇ ਜਿਹੜੇ ਛੋਟੇ ਮੋਟੇ ਖੁਦ ਖਾਂਦੇ ਵੀ ਨੇ ਉਹ, ਤੇ ਉਸ ਦੇ ਵਿੱਚੋਂ ਜਿਹੜੀ ਡੋਜ਼ ਆ ਮਤਲਬ ਕਿ ਇੱਕ ਖੁਰਾਕ ਲੈ ਕੇ ਵੀ ਉਹਦੇ ਵਿੱਚੋਂ ਵੇਚ ਦਿੰਦੇ ਨੇ, ਤੇ ਇੱਕ ਖੁਰਾਕ ਉਹਨਾਂ ਲਈ ਆਪਣੇ ਲਈ ਬਚਾ ਕੇ ਮੁਕਾ ਲੈਂਦੇ ਨੇ, ਤੇ ਉਹ ਵੀ ਪਰਚੂਨ ਦੇ ਵਿੱਚ ਇਹ ਸਮਾਨ ਵੇਚਦੇ ਨੇ। ਵੀ ਇਹਨਾਂ ਦੇ ਉੱਤੇ ਜਿਹੜੀ ਪੁਲਿਸ ਆ, ਅਸੀਂ ਇੱਕ ਦਰਖਾਸਤ ਆ, ਇੱਕ ਮਤਾ ਪਾਸ ਕੀਤਾ ਵੀ ਸਾਂਝੀ ਦਰਖਾਸਤ ਪਿੰਡ ਵੱਲੋਂ, ਕਿਉਂਕਿ ਕਿਸੇ ਦੇ ਉੱਤੇ ਇੱਕ ਦੇ ਉੱਤੇ ਐਲੀਗੇਸ਼ਨ ਨਾ ਆਵੇ। ਮੈਂ ਹੁਣ ਦਲੇਰ ਹੋ ਸਕਦਾ ਤੇ ਪਰ ਸਾਰੇ ਤਾਂ ਨਹੀਂ ਹੋ ਸਕਦੇ, ਕਿਉਂਕਿ ਸਾਰਿਆਂ ਨੂੰ ਡਰ ਹੁੰਦਾ, ਜਾਂ ਸਰਪੰਚ ਸਾਹਿਬ ਦਲੇਰ ਹੋ ਸਕਦੇ ਨੇ, ਸਾਡੇ ਹੋਰ ਜਿਹੜੇ ਪਤਵੰਤੇ ਮੈਂਬਰ ਨੇ ਉਹ ਦਲੇਰ ਹੋ ਸਕਦੇ ਨੇ, ਪਰ ਕਿਤੇ ਨਾ ਕਿਤੇ ਡਰ ਦੀ ਵਜ੍ਹਾ ਕਰਕੇ ਲੋਕ ਚੁੱਪ ਨੇ। ਤੇ ਅੱਜ ਚੁੱਪੀ ਤੋੜੀ ਵੀ ਆ ਲੋਕ। ਹੁਣ ਮੁਕਾਬਲਾ ਇਸ ਦਾ ਖੜਨ, ਡਟ ਕੇ ਵੀ ਖੜਨਗੇ, ਕਿਉਂਕਿ ਮੰਨਦੇ ਚਿਹਰਿਆਂ ਦੇ ਉੱਤੇ ਪੜ ਹੋ ਜਾਂਦਾ ਕਿ ਲੋਕ ਇਸ ਦੇ ਖਿਲਾਫ ਖੜੇ ਨੇ। ਤੇ ਅਸੀਂ ਹੁਣ ਇਹ ਜਿਵੇਂ ਤੁਹਾਨੂੰ ਪੁਆਇੰਟ ਦੱਸੇ ਨੇ, ਤੁਸੀਂ ਪੁਲਿਸ ਨੂੰ ਜ਼ਰੂਰ ਦੱਸਿਓ। ਅਸੀਂ ਉਹ ਜਿਹੜੀ ਚਿੱਠੀ ਲਿਖਾਂਗੇ, ਸ਼ਿਕਾਇਤ ਲਿਖਾਂਗੇ, ਉਸ ਦੇ ਵਿੱਚ ਅਸੀਂ ਉਹ ਪੁਆਇੰਟ ਪਿੰਨ ਵੀ ਕਰਾਂਗੇ, ਤੇ ਜ਼ਰੂਰ ਦੱਸਿਓ ਵੀ ਆਏ ਬੰਦੇ ਜਿਨ੍ਹਾਂ ਦੇ ਉੱਤੇ ਪਰਚੇ ਵੀ ਦਰਜ ਨੇ। ਪਹਿਲਾਂ ਮੰਨਿਆ ਕਿ ਇਹ ਜਲਦੀ ਜਿਹੜੇ ਇਹ ਨਸ਼ਾ ਤਸਕਰ ਹੁੰਦੇ ਨੇ ਕਾਨੂੰਨ ਦੇ ਕਰਕੇ ਬਾਹਰ ਆ ਜਾਂਦੇ ਨੇ, ਪਰ ਉਹਨਾਂ ਤੇ ਦੁਬਾਰਾ ਕਾਰਵਾਈ ਕੀਤੀ ਜਾ ਸਕਦੀ ਹੈ। ਜੇ ਦੁਬਾਰਾ ਹੁੰਦੇ ਨੇ ਦੁਬਾਰਾ ਕਾਰਵਾਈ ਕੀਤੀ ਜਾ ਸਕਦੀ ਆ। ਇੱਥੋਂ ਤੱਕ ਕਿ ਅਸੀਂ ਤੁਸੀਂ ਦੇਖਿਆ ਹੀ ਆ ਵੀ ਬਹੁਤ ਸਾਰੇ ਨਸ਼ਾ ਤਸਕਰ ਨੇ ਜਿਨ੍ਹਾਂ ਦੀਆਂ ਜਾਇਦਾਦਾਂ ਅਟੈਚ ਹੋਈਆਂ ਨੇ। ਜੇਕਰ ਇਹ ਬਾਰ-ਬਾਰ ਕਰ ਰਹੇ ਨੇ, ਪਰਚੇ ਤੇ ਪਰਚਾ ਹੋ ਰਿਹਾ, ਤੇ ਇੱਕ ਸੋਲਿਊਸ਼ਨ ਇਹਦਾ ਬਹੁਤ ਵੱਡਾ ਕਿ ਜਿਹੜੇ ਇੱਥੇ ਖੰਨੇ ਦੇ ਐਸਐਸਪੀ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਧਰੋਮਨ ਨਿੰਬਲੇ ਵਰਗੇ ਐਸਐਸਪੀ ਤੋਂ ਜਾਂ ਦਈਆ ਵਰਗੋਂ ਤੋਂ ਜਾਂ ਕੋਈ ਹੋਰ ਵੀ ਬੜੇ ਵਧੀਆ ਅਫਸਰ ਨੇ ਉਹਨਾਂ ਤੋਂ ਉਹ ਲੈ ਕੇ ਨਾ ਸਿੱਖਿਆ ਲੈ ਕੇ, ਪੰਜਾਬੀ ਦੇ ਵਿੱਚ ਪ੍ਰੇਰਣਾ ਲੈ ਕੇ ਇਹਨਾਂ ਤਸਕਰਾਂ ਦੀਆਂ ਜ਼ਮੀਨ ਜਾਇਦਾਦ ਨੇ ਜਿਹੜੀਆਂ ਅਟੈਚ ਕਰ ਦੇਣ। ਕਿਉਂਕਿ ਜਦੋਂ ਜ਼ਮੀਨ ਜਾਇਦਾਦ ਅਟੈਚ ਹੋ ਜਾਣਗੀਆਂ ਫਿਰ ਕਮਰ ਟੁੱਟ ਜਾਏਗੀ, ਫਿਰ ਮੁੜ ਕੇ ਇਹ ਜਿਹੜੇ ਤਸਕਰ ਨੇ ਖੁੱਡੇ ਪੰਜਾਬੀ ਦੇ ਵਿੱਚ ਜਿਹੜੇ ਲੱਗ ਜਾਣਗੇ। ਕਿਉਂਕਿ ਜਿੱਥੇ ਤੱਕ ਮਨ ਹੋ ਸਕਦਾ ਕਿ ਵੱਡੇ ਤਸਕਰ ਨਹੀਂ ਹੋ ਸਕਦੇ, ਪਰਚੂਨ ਦੇ ਵਿੱਚ ਰਲੇ ਨੇ, ਪਰ ਇਹਨਾਂ ਦੇ ਜ਼ਰੀਏ ਵੱਡੇ ਤਸਕਰ ਤੱਕ ਵੀ ਪਹੁੰਚਿਆ ਜਾ ਸਕਦਾ। ਸਮਰਾਲੇ ਦੇ ਵਿੱਚ ਵੀ ਵੱਡੇ ਤਸਕਰ ਬੈਠੇ ਨੇ ਜਿਹੜੇ ਇਹ ਜਿਨ੍ਹਾਂ ਦੀ ਪੋਸਟ ਬਣਾਈ ਸਿਆਸੀ ਛਤਰਸਾਈ ਜਿਹੜੇ ਛਤਰੀ ਮਿਲੀ ਹੋਈ ਆ। ਤੇ ਇਸ ਕਰਕੇ ਅੱਜ ਦੇ ਇਸ ਇਕੱਠ ਰਾਹੀਂ ਅਸੀਂ ਇਹੀ ਮੰਗ ਕਰਦੇ ਹਾਂ ਵੀ ਇਸ ਜਿਹੜੀ ਚੇਨ ਆ ਇਹ ਸਾਡੇ ਪਿੰਡ ਵੱਲ ਨੂੰ ਜਿਹੜੀ ਅੱਗ ਵਧੀ ਆ, ਅਸੀਂ ਇਹਨੂੰ ਕਿਸੇ ਵੀ ਹਾਲਤ ਦੇ ਵਿੱਚ ਅੱਗੇ ਨਹੀਂ ਵਧਣ ਦੇਵਾਂਗੇ। ਉਹਦੇ ਲਈ ਅਸੀਂ ਚਟਾਨ ਬਣ ਕੇ ਖੜੇ ਹਾਂ ਤੇ ਪੁਲਿਸ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਸ ਚੇਨ ਨੂੰ ਤੋੜਨ ਦੇ ਲਈ ਜਿਹੜੇ ਪਰਚੂਨ ਦੇ ਵਿੱਚ ਇਹ ਸਮਾਨ ਵੇਚਦੇ ਨੇ ਜਾਂ ਹੋਰ ਗਤੀਵਿਧੀਆਂ ਚਲਾਉਂਦੇ ਨੇ, ਉਹ ਆਪਣੇ ਇਸ ਦੇ ਉੱਤੇ ਰੋਕਥਾਮ ਲਗਾਉਣ। ਤੇ ਪਿੰਡ ਦੇ ਲੋਕ ਨੇ ਜਿਹੜੇ ਪੂਰੇ ਤਹੀਆ ਦੇ ਵਿੱਚ ਨੇ, ਔਰ ਉਹਨਾਂ ਨੂੰ ਅਸੀਂ ਕਹਿ ਵੀ ਦਿੱਤਾ ਵੀ ਜੇ ਕੋਈ ਆਲੇ ਦੁਆਲੇ, ਕਿਉਂਕਿ ਪੁਲਿਸ ਨੂੰ ਕਿਤੇ ਸੁਪਨਾ ਤਾਂ ਆ ਨਹੀਂ ਜਾਣਾ, ਆਲੇ ਦੁਆਲੇ ਜੇ ਕੋਈ ਨਸ਼ਾ ਵੇਚਦਾ ਉਸ ਦੀ ਸੂਚਨਾ ਪੁਲਿਸ ਨੂੰ ਦੇਣ। ਪੁਲਿਸ ਨਹੀਂ ਕਾਰਵਾਈ ਕਰੇਗੀ ਫਿਰ ਅਸੀਂ ਵੀ ਖੜੇ ਹਾਂ। ਮੀਡੀਆ ਤੁਸੀਂ ਇੱਕ ਲੋਕਤੰਤਰ ਦਾ ਚੌਥਾ ਥੰਮ ਹੋ, ਤੁਸੀਂ ਵੀ ਖੜੇ ਹੋ, ਫਿਰ ਅੱਗੇ ਉਸ ਤਰੀਕੇ ਨਾਲ ਵਧਿਆ ਜਾ ਸਕਦਾ। ਇਸ ਤੋਂ ਬਿਨਾਂ ਅਸੀਂ ਸਾਰੇ ਪਿੰਡ ਦੇ ਲੋਕਾਂ ਨੂੰ ਜਿਨ੍ਹਾਂ ਜਾਂ ਹੋਰ ਉਹ ਲੋਕ ਜਿਹੜੇ ਅਜੇ ਤੱਕ ਨਸ਼ਿਆਂ ਕਰਕੇ ਚੁੱਪ ਬੈਠੇ ਨੇ, ਲਗਾਤਾਰ ਇੱਕ ਤੋਂ ਬਾਅਦ ਦੂਜੀ ਜਿਹੜੀ ਮੌਤ ਆ ਉਹ ਹੋ ਰਹੀ ਆ ਤੇ ਨੌਜਵਾਨੀ ਗਰਕ ਰਹੀ ਆ, ਤੇ ਉਸ ਨੂੰ ਬਚਾਉਣ ਦੇ ਲਈ ਅੱਗੇ ਆਉਣ। ਕਿਸੇ ਵੀ ਪ੍ਰਕਾਰ ਦਾ ਜਿਵੇਂ ਇੱਥੇ ਥੋੜਾ ਜਿਹਾ ਮਾਮਲਾ ਪਰਿਵਾਰ ਡਰਿਆ ਹੋਇਆ ਸੀ, ਡਰ ਤੋਂ ਹਟਾ ਕੇ ਸਿੱਧੀ ਆਪਣੀ ਗੱਲ ਨੂੰ ਨਿਸ਼ਚਿਤ ਜਨਤਾ ਦੇ ਵਿੱਚ, ਪੁਲਿਸ ਦੇ ਵਿੱਚ, ਸਰਕਾਰ ਦੇ ਵਿੱਚ ਲਾ ਕੇ ਆਉਣ, ਤਾਂ ਕਿ ਜਿੰਨਾ ਠੱਲ ਹੋ ਸਕੇ ਤੁਹਾਡੀਆਂ ਸ਼ਿਕਾਇਤਾਂ ਨਾਲੇ ਹੋਣੇ ਆ। ਅੱਜ ਅਸੀਂ ਇਹ ਤਈਏ ਬਹੁਤ ਸਾਰੇ ਕੀਤੇ ਨੇ, ਪਿੰਡ ਦੇ ਲੋਕਾਂ ਨੇ ਸਹਿਯੋਗ ਦੇਣ ਦਾ ਵੀ ਪੂਰਾ ਭਰੋਸਾ ਦਿੱਤਾ, ਤੇ ਅਸੀਂ ਆਸ ਕਰਦੇ ਹਾਂ ਕਿ ਮੀਡੀਆ ਜ਼ਰੀਏ ਸਾਡੀ ਆਵਾਜ਼ ਆ ਜਿਹੜੀ ਉੱਪਰ ਤੱਕ ਵੀ ਜਾਏਗੀ, ਔਰ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਐਕਟਿਵ ਹੋ ਕੇ ਜਲਦੀ ਤੋਂ ਜਲਦੀ ਇਹ ਨਸ਼ਾ ਤਸਕਰਾਂ ਨੂੰ ਫੜੂਗਾ। ਅਖੀਰਲੀ ਗੱਲ ਮੈਂ ਜ਼ਰੂਰ ਕਰਾਂਗਾ ਕਿ ਜੋ ਨੌਜਵਾਨ ਆ ਉਸ ਦੇ ਮਾਮਲੇ ਨੂੰ ਵੀ ਜੇਕਰ ਗਹਿਨਤਾ ਦੇ ਨਾਲ ਜਾਂਚਿਆ ਜਾਵੇ ਤਾਂ ਕਾਤਲ ਆ, ਕਿਉਂਕਿ ਨਸ਼ਾ ਵੇਚਣ ਵਾਲਾ ਜਿਹਨੇ ਉਹਨੂੰ ਦਿੱਤਾ ਉਹ ਕਾਤਲ ਹੀ ਆ, ਤੇ ਉਹਨੂੰ ਜਲਦੀ ਉਹਦੇ ਤੱਕ ਪਹੁੰਚਿਆ ਜਾ ਸਕਦਾ। ਉਹ ਵਿਅਕਤੀ ਜਿਹੜਾ ਇਸ ਮੌਤ ਲਈ ਜ਼ਿੰਮੇਵਾਰ ਆ ਉਹ ਜੇਲ੍ਹਾਂ ਦੇ ਵਿੱਚ ਜਾ ਸਕਦਾ। ਧੰਨਵਾਦ। ਕੀ ਨਾਮ ਹੈ ਵੀਰੇ ਆਪਣਾ? ਗੁਰਪ੍ਰੀਤ ਸਿੰਘ ਜੀ। ਇਹ ਜੋ ਅੱਜ ਨਸ਼ੇ ਦਾ ਮਾਮਲਾ ਉੱਠਿਆ ਜਿਸ 'ਚ ਮੁੰਡਾ ਮਰਿਆ, ਹਾਂਜੀ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਇਹ ਬਹੁਤ ਮੰਦਭਾਗੀ ਘਟਨਾ ਜੀ। ਸਾਡੇ ਪਿੰਡ ਵਿੱਚ ਪਹਿਲੀ ਵਾਰ ਇਦਾਂ ਦੀ ਘਟਨਾ ਹੋਈ ਹੈ ਜੀ, ਮੇਰੀ ਸੋਝੀ ਦੇ ਵਿੱਚ ਜੀ, ਤੇ ਜਿਹੜਾ ਦੁੱਖ ਬਿਆਨ ਨਹੀਂ ਕਰਿਆ ਜਾ ਸਕਦਾ ਜੀ। ਇਹ ਜੋ ਨਸ਼ੇ ਦੀ ਗੱਲ ਕੀਤੀ ਜਾ ਰਹੀ ਹੈ ਪਿੰਡ 'ਚ, ਕਿੰਨੀ ਦੇਰ ਤੋਂ ਚੱਲ ਰਿਹਾ? ਦੇਖੋ ਜੀ, ਇਹ ਨਸ਼ਾ ਤਕਰੀਬਨ ਮੈਨੂੰ ਲੱਗਦਾ ਇਹ 5-7 ਸਾਲ ਤੋਂ ਜੀ ਬਹੁਤ ਜ਼ਿਆਦਾ ਹੋ ਗਿਆ ਜੀ। ਪਹਿਲਾਂ ਵੀ ਕੋਈ ਹੋਊਗਾ ਹੈ ਨਾ, ਸਾਡੀ ਸੋਝੀ ਤੋਂ ਪਹਿਲਾਂ ਦੀ ਗੱਲਾਂ ਹੋਣਗੀਆਂ ਜੀ। ਜਿੱਦਾਂ ਕਹਿੰਦੇ ਸਾਨੂੰ ਪਤਾ ਵਾ, ਮੈਂ ਇੱਕ ਸਪੋਰਟਸਮੈਨ ਆ ਜੀ, ਹੈ ਨਾ,
ਮੈਂ ਬਰਖਲਾਫ ਹਾਂ ਜੀ ਬਹੁਤ ਜ਼ਿਆਦਾ। ਕਿ 5 ਸਾਲਾਂ ਤੋਂ ਕਿਸੇ ਨੇ ਸਾਰ ਨਹੀਂ ਲਿੱਤੀ ਜਾਂ ਪ੍ਰਸ਼ਾਸਨ ਨੂੰ ਨਹੀਂ ਦੱਸਿਆ? ਨਹੀਂ, ਅਸੀਂ ਪ੍ਰਸ਼ਾਸਨ ਨੂੰ ਦੱਸਿਆ ਵੀ ਸੀਗਾ ਜੀ। ਮੈਂ ਜੀ ਸਾਡੇ ਆਪਣੇ MLA ਸਾਹਿਬ ਨੇ ਜੀ ਅਮਰੀਕ ਸਿੰਘ ਢਿੱਲੋਂ, ਮੈਂ ਜਾ ਕੇ ਅਸੀਂ ਦੱਸ ਕੇ ਵੀ ਆਏ ਸੀਗੇ ਵੀ ਸਾਡੇ ਇਦਾਂ ਹਨਾ ਪਿੰਡ ਵਿੱਚ ਆਹ ਕੁਝ ਹੋ ਰਿਹਾ ਜੀ। ਤੇ ਮੌਕੇ ਤੇ ਅਫਸਰ ਸੀਗੇ ਜੀ SHO ਸਾਹਿਬ, ਅਸੀਂ ਉਹਨਾਂ ਕੋਲ ਵੀ ਗਏ ਸੀਗੇ ਜੀ, ਦੱਸਿਆ ਜੀ। ਤੇ ਇੱਕ ਸਾਡਾ ਜੀ ਹਲਕੇ ਦਾ ਲਾਸਟ ਪਿੰਡ ਆ ਜੀ ਇਹ, ਤੇ ਕੋਈ ਉਰੇ ਪੈਟਰੋਲੀਅਮ ਨਹੀਂ, ਕੋਈ ਗੇੜਾ ਨਹੀਂ ਮਾਰਦਾ ਹੈਗਾ ਜੀ। ਤੇ ਸਾਡੇ ਇੱਥੇ ਜੀ ਚੌਂਕੀ ਆਈ ਫੋਕਲ ਪੁਆਇੰਟ ਤੇ 1 ਕਿਲੋਮੀਟਰ ਤੇ ਹੁੰਦੀ ਸੀਗੀ ਜੀ ਪਹਿਲਾਂ, ਅੱਜ ਤੋਂ 10 ਸਾਲ 12 ਸਾਲ ਪਹਿਲਾਂ, ਜੋ ਬੰਦ ਪਈ ਆ ਜੀ। ਤੇ ਉਹ ਵੀ ਅਸੀਂ ਪ੍ਰਸ਼ਾਸਨ ਕੋਲ ਬੇਨਤੀ ਕਰਦੇ ਹਾਂ ਜੀ ਵੀ ਉਹਨੂੰ ਵੀ ਓਪਨ ਕਰਿਆ ਜਾਵੇ ਜੀ। ਇਹ ਆਵਾਜ਼ ਪਹਿਲਾਂ ਕਿਉਂ ਨਹੀਂ ਉਠਾਈ ਆਪ? ਪਹਿਲਾਂ ਵੀ ਅਸੀਂ ਕਿਹਾ ਜੀ ਜਿੰਨਾ ਕੁ ਹਨਾ, ਜਿੰਨੀ ਕੁ ਸਾਡਾ ਪਹੁੰਚ ਹੋਈ ਆ ਅਸੀਂ ਕਰੀ ਆ ਜੀ ਆਪਣੇ ਤੌਰ ਤੇ ਹਨਾ। ਤੇ ਮਤਾ ਵੀ ਪਾ ਕੇ ਇੱਕ ਚੌਂਕੀ ਦੇ ਲਈ ਅਸੀਂ ਮਤਾ ਵੀ ਪਾ ਕੇ ਦਿੱਤਾ ਗਿਆ ਸੀਗਾ ਲਾਸਟ ਪੰਚਾਇਤ ਦੇ ਟਾਈਮ ਜੀ। ਕੋਈ ਕਾਰਵਾਈ ਨਹੀਂ ਕੀਤੀ ਗਈ ਕਿਸੇ ਵੱਲੋਂ? ਨਹੀਂ, ਕੋਈ ਕਾਰਵਾਈ ਨਹੀਂ ਹੋਈ ਹੈਗੀ ਜੀ। ਹੁਣ ਕੀ ਕਾਰਵਾਈ ਮੰਗਦੇ ਹੋ? ਕਾਰਵਾਈ ਇਦਾਂ ਜੀ, ਹੁਣ ਜਿਹੜਾ ਵੀ ਕੋਈ ਇਲਾਕੇ ਦੇ ਵਿੱਚ ਜੀ ਸਾਡੇ ਇਹ ਕੰਮ ਕਰ ਰਿਹਾ ਵਾ ਜਾਂ ਕੋਈ ਸਾਡੇ ਪਿੰਡ ਵਿੱਚ ਕਰ ਰਿਹਾ ਜੀ, ਤੇ ਉਹ ਪੁਲਿਸ ਆਪਣੇ ਤੌਰ ਤੇ ਹਨਾ ਪਤਾ ਕਰੇ ਜੀ, ਤੇ ਉਹਨਾਂ ਤੇ ਬਣਦੀ ਜੋ ਵੀ ਕਾਨੂੰਨੀ ਕਾਰਵਾਈ ਆ ਤੇ ਉਹ ਕਰੀ ਜਾਵੇ। ਇਹ ਸਾਰੀਆਂ ਗੱਲਾਂ ਦਾ ਕਿਵੇਂ ਸਹਿਯੋਗ ਮੰਗਦੇ ਹੋ ਤੁਸੀਂ ਪਿੰਡ ਵਾਲਿਆਂ ਤੋਂ? ਪਿੰਡ ਵਾਲੇ ਅਸੀਂ ਨਾਲ ਆ ਜੀ ਸਾਰੇ। ਇਹਦੇ ਲਈ ਅਸੀਂ ਇੱਕ ਪੰਚਾਇਤ ਦੇ ਨਾਲ ਸਾਰੇ ਅਸੀਂ ਨਾਲ ਆ ਜੀ, ਤੇ ਇੱਕ ਮਤਾ ਪਾ ਕੇ ਜੀ ਅਸੀਂ ਦੇਵਾਂਗੇ SSP ਸਾਹਿਬ ਦੇ ਵੀ ਦੇਵਾਂਗੇ ਜੀ, ਤੇ ਆਪਣੇ ਡਿਪਟੀ ਸਾਹਿਬ ਦੇ ਵੀ ਦੇ ਕੇ ਆਵਾਂਗੇ ਜੀ। ਠੀਕ ਹੈ ਜੀ। ਹਾਂਜੀ ਸਰ, ਪਿੰਡ ਮਹਿਦੂਦਾਂ ਦੇ ਵਿੱਚ ਅੱਜ ਨਸ਼ੇ ਦੇ ਖਿਲਾਫ ਪਿੰਡ ਵਾਸੀ ਲਾਮਬੰਦ ਹੋਏ। ਉਹਨਾਂ ਨੇ ਮਤਾ ਪਾਇਆ ਕਿ ਪਿੰਡ ਦੇ ਵਿੱਚ ਨਸ਼ਾ ਤਸਕਰ ਨਹੀਂ ਬਣਨ ਦਿੱਤਾ ਜਾਊਗਾ, ਨਸ਼ਾ ਨਹੀਂ ਵਿਕਣ ਦਿੱਤਾ ਜਾਊਗਾ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਇਸ ਬਾਰੇ ਤਾਂ ਸਾਡੇ ਪੰਜਾਬ ਸਰਕਾਰ ਵੱਲੋਂ ਤੇ DGP ਸਾਹਿਬ ਵੱਲੋਂ ਇਹ ਪਹਿਲਾਂ ਹੀ ਮੀਟਿੰਗਾਂ ਕਰਕੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਲਾਭਬੰਦ ਕੀਤਾ ਗਿਆ ਕਿ ਤੁਸੀਂ ਪੁਲਿਸ ਦਾ ਸਾਥ ਦਿਓ। ਜਿਹੜਾ ਕੋਈ ਗਲਤ ਅਨਸਰ ਤੁਹਾਡੇ ਪਿੰਡਾਂ ਦੇ ਵਿੱਚ ਨਸ਼ਾ ਵੇਚਣ ਆਉਂਦਾ ਜਾਂ ਤੁਹਾਡੇ ਪਿੰਡ ਦਾ ਕੋਈ ਬੰਦਾ ਗਲਤ ਰਾਹ ਪਿਆ ਹੋਇਆ, ਉਹਨੂੰ ਪਿਆਰ ਨਾਲ ਸਮਝਾ ਕੇ ਉਹਨੂੰ ਇਸ ਚੀਜ਼ ਤੋਂ ਵਾਪਸ ਕਰਾਇਆ ਜਾਵੇ, ਤਾਂ ਜੋ ਸਾਡੀ ਜਵਾਨੀ ਜਿਹੜੀ ਆ ਇਹਨੂੰ ਬਚਾਇਆ ਜਾ ਸਕੇ। ਇਹ ਤਾਂ ਹਰ ਪਾਸੋਂ ਸਰਕਾਰ ਦਾ ਜ਼ੋਰ ਲੱਗਿਆ ਹੋਇਆ, ਪੁਲਿਸ ਦਾ ਜ਼ੋਰ ਲੱਗਿਆ ਹੋਇਆ। ਜਿਹੜੀ ਤੁਸੀਂ ਇਹ ਪਿੰਡ ਦੀ ਗੱਲ ਕੀਤੀ ਹੈ, ਇਹ ਤੁਹਾਡੇ ਤੋਂ ਮੈਨੂੰ ਪਤਾ ਲੱਗਿਆ। ਬਾਕੀ ਉਸ ਪਿੰਡ ਨਾਲ ਗੱਲ ਕਰਕੇ ਵਿਚਾਰ ਕਰਕੇ ਉਹਨੂੰ ਪੁੱਛਦੇ ਵੀ ਕੀ ਗੱਲ ਹੋਈ। ਉਹ ਪੁੱਛਣ ਤੋਂ ਬਾਅਦ ਇਨਵੈਸਟੀਗੇਸ਼ਨ ਤੋਂ ਬਾਅਦ ਅਗਲੀ ਗੱਲ ਦਾ ਪਤਾ ਲੱਗੂ। ਤੁਹਾਡੇ ਧਿਆਨ ਚ ਆਉਣ ਤੋਂ ਬਾਅਦ ਪੂਰਨ ਸਹਿਯੋਗ ਦੀ ਹੈਗੀ ਹੈ ਜੀ? ਪੂਰਾ ਜੀ ਪੂਰਾ, ਅਸੀਂ ਉਸ ਪਿੰਡ ਦਾ ਪੂਰਾ ਸਾਥ ਲਵਾਂਗੇ, ਉਹ ਸਾਥ ਦੇਵਾਂਗੇ ਵੀ, ਜਾਂ ਤੋਂ ਐਵੇਂ ਦੀ ਕੋਈ ਘਟਨਾ ਨਾ ਵਾਪਰ ਸਕੇ। ਠੀਕ ਹੈ ਸਰ, ਥੈਂਕ ਯੂ। ਹਾਂਜੀ, ਕੀ ਨਾਮ ਹੈ? ਹਾਂਜੀ, ਮੇਰਾ ਨਾਮ ਜੀ ਨਵਦੀਪ ਸਿੰਘ ਆ। ਮੈਂ ਪਿੰਡ ਮਹਿਦੂਦਾਂ ਦਾ ਵਾਸੀ ਆ। ਮੇਰੇ ਪਿੰਡ ਦਾ ਨੌਜਵਾਨ ਜੋ ਨਸ਼ੇ ਦੇ ਕਾਰਨ ਅੱਜ ਜਿਸ ਦੀ ਮੌਤ ਹੋਈ ਆ, ਮੇਰਾ ਹਾਣੀ ਸੀ ਜੀ। ਮੇਰੇ ਤੋਂ ਸਾਲ ਉਮਰ ਦੇ ਵਿੱਚ ਛੋਟਾ ਹੀ ਹੋਵੇਗਾ। ਕਾਫੀ ਹੋਣਹਾਰ ਮੁੰਡਾ ਸੀਗਾ ਜੀ। ਸਪੋਰਟਸ ਦੇ ਵਿੱਚ ਪਿੰਡ 'ਚ ਕੋਈ ਵੀ ਕੰਮ ਹੋਵੇ ਜ਼ਰੂਰ ਆਪਣੀ ਸਹਿਯੋਗ ਦਿੰਦਾ ਸੀ। ਪਰ ਜੋ ਨਸ਼ੇ ਨਾਲ ਉਹਦੀ ਮੌਤ ਹੋਈ ਆ ਜੀ, ਇਹ ਬਹੁਤ ਹੀ ਅਣਹੋਣੀ ਮੌਤ ਆ। ਮੇਰੇ ਵੱਲੋਂ, ਸਾਰੇ ਪਿੰਡ ਵੱਲੋਂ ਇਹ ਪ੍ਰਸ਼ਾਸਨ ਨੂੰ ਮੰਗ ਆ ਜੀ, ਜੋ ਸਾਡੇ ਏਰੀਏ ਦੇ ਵਿੱਚ ਨਸ਼ਾ ਵਿਕ ਰਿਹਾ, ਜਿਹੜੇ ਵੇਚ ਰਹੇ ਨੇ, ਉਹਨਾਂ ਤੇ ਨਕੇਲ ਪਾਈ ਜਾਵੇ ਜੀ। ਤੇ ਇਹੀ ਅਸੀਂ ਮੰਗ ਕਰਦੇ ਹਾਂ ਜੀ, ਇਹੀ ਅਸੀਂ ਚਾਹੁੰਦੇ ਹਾਂ, ਤਾਂ ਜੋ ਸਾਡੇ ਆਉਣ ਵਾਲੇ ਟਾਈਮ ਵਿੱਚ ਸਾਡੇ ਪਿੰਡ ਵਿੱਚ ਕੋਈ ਵੀ ਹੋਰ ਨੌਜਵਾਨ ਇਸ ਨਸ਼ੇ ਦੀ ਭੇਟ ਨਾ ਚੜ੍ਹੇ ਜੀ। ਧੰਨਵਾਦ।